Morning students, today we will start a new chapter, elasticity of demand. Firstly, I will discuss with you meaning of elasticity of demand. Price elasticity of demand refers to percentage change in the quantity demanded of a commodity as a result of given percentage change in its own price. So we can say that elasticity is a measure of responsiveness of one variable to change in another. ਆਪਾਂ ਪ੍ਰੀਵੀਅਸ ਚੈਪਟਰ ਦੇ ਵਿੱਚ ਇਸ ਦੀ ਕੀ ਪੜ੍ਹ ਚੁੱਕੇ ਹਾਂ, ਲਾਅ ਆਫ ਡਿਮਾਂਡ ਪੜ੍ਹ ਚੁੱਕੇ ਹਾਂ। ਲਾਅ ਆਫ ਡਿਮਾਂਡ ਦੇ ਵਿੱਚ ਆਪਾਂ ਨੇ ਕੀ ਗੱਲ ਕੀਤੀ ਕਿ ਜਿਹੜੀ ਆਪਣੀ ਡਿਮਾਂਡ ਹੈ ਉਹ ਪ੍ਰਾਈਸ ਦੇ ਨਾਲ ਜਾਂ ਕਿਸੇ ਇਨਕਮ ਦੇ ਨਾਲ ਜਾਂ ਕਿਸੇ ਰਿਲੇਟਡ ਪ੍ਰੋਡਕਟ ਦੇ ਨਾਲ ਕਿਵੇਂ ਇਫੈਕਟ ਹੁੰਦੀ ਹੈ, ਤਾਂ ਉਹ ਵੀ ਸੀ ਆਪਣਾ ਲਾਅ ਆਫ ਡਿਮਾਂਡ ਸੀ। ਬਟ ਜੇ ਆਪਾਂ ਗੱਲ ਕਰਦੇ ਹਾਂ ਇਲਾਸਟੀਸਿਟੀ ਆਫ ਡਿਮਾਂਡ ਦੀ, ਤਾਂ ਇਲਾਸਟੀਸਿਟੀ ਆਫ ਡਿਮਾਂਡ ਮੈਜ਼ਰਸ ਪਰਸੈਂਟੇਜ ਚੇਂਜ ਇਨ ਕੁਆਂਟਿਟੀ ਡਿਮਾਂਡ ਆਫ ਏ ਕੋਮੋਡਿਟੀ ਵਿਦ ਚੇਂਜ ਇਨ ਪਰਸੈਂਟੇਜ ਚੇਂਜ ਇਨ ਪ੍ਰਾਈਸ। ਤਾਂ ਲਾਅ ਆਫ ਡਿਮਾਂਡ ਦੇ ਸਿਰਫ ਆਪਾਂ ਇੰਨੀ ਗੱਲ ਕਰ ਚੁੱਕੇ ਹਾਂ ਕਿ ਆਪਣੀ ਜਿਹੜੀ ਡਿਮਾਂਡ ਹੈ ਉਹ ਪ੍ਰਾਈਸ ਦੇ ਨਾਲ, ਇਨਕਮ ਦੇ ਨਾਲ ਜਾਂ ਕਿਸੇ ਰਿਲੇਟਡ ਕੋਮੋਡਿਟੀ ਦੇ ਪ੍ਰਾਈਸ ਦੇ ਨਾਲ ਇਫੈਕਟ ਹੁੰਦੀ ਹੈ। ਬਟ ਕਿੰਨੀ ਇਫੈਕਟ ਹੁੰਦੀ ਹੈ ਇਹ ਸਿਰਫ ਆਪਾਂ ਕਿਹੜੇ ਇੰਸਟਰੂਮੈਂਟ ਨਾਲ ਮੈਜ਼ਰ ਕਰ ਸਕਦੇ ਹਾਂ, ਇਲਾਸਟੀਸਿਟੀ ਆਫ ਡਿਮਾਂਡ ਕਨਸੈਪਟ ਦੇ ਥਰੂ। ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਇਲਾਸਟੀਸਿਟੀ ਆਫ ਡਿਮਾਂਡ ਜਿਹੜਾ ਆਪਾਂ ਨੂੰ ਕੀ ਦੱਸਦਾ, ਪਰਸੈਂਟੇਜ ਚੇਂਜ ਦੱਸਦਾ ਵੀ ਕਿੰਨੀ ਚੇਂਜ ਹੈ। ਲਾਅ ਆਫ ਡਿਮਾਂਡ ਸਿਰਫ ਇਹ ਦੱਸਦਾ ਵੀ ਚੇਂਜ ਹੋਈ ਹੈ, ਇਲਾਸਟੀਸਿਟੀ ਆਫ ਡਿਮਾਂਡ ਇਹ ਵੀ ਦੱਸਦਾ ਕਿ ਕਿੰਨੀ ਚੇਂਜ ਹੋਈ ਹੈ। ਤਾਂ ਇਹ ਕੀ ਸੀ ਆਪਣਾ ਮੀਨਿੰਗ ਸੀ ਇਲਾਸਟੀਸਿਟੀ ਆਫ ਡਿਮਾਂਡ ਦਾ। There are various types of elasticity of demand: price elasticity, income elasticity and cross elasticity. First अपना की है price elasticity of demand. The price elasticity of demand, it is the ratio of percentage change in the quantity demanded of a commodity to a percentage change in its price. ਹੁਣ ਆਪਾਂ ਜਿਹੜੇ ਆਪਣਾ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਹੈ ਇਹਦੇ ਵਿੱਚ ਆਪਾਂ ਕੀ ਕਰਾਂਗੇ, ਸਿਰਫ ਵੀ ਪ੍ਰਾਈਸ ਦੇ ਚੇਂਜ ਹੋਣ ਦੇ ਨਾਲ ਡਿਮਾਂਡ ਕਿੰਨੀ ਚੇਂਜ ਹੋਈ, ਅਤੇ ਸਿਰਫ ਆਪਾਂ ਕੀ ਕਹਿ ਸਕਦੇ ਹਾਂ, ਇਹ ਕੀ ਹੈ, ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਹੈ। So we can measure it with the given formula: percentage change in quantity demanded upon percentage change in price. Example देखो, fall in price by 10% is followed by extension of demand by 20%. Fall in price is indicated by minus sign. So elasticity of demand is equal to percentage change in quantity demanded upon percentage change in price. देखो जे आप गल करिए एक सिंपल एग्जाम्पल लैके देखिए आप भी, जे अपना 10% प्राइस डिक्रीज़ होया सी, अपनी डिमांड वध गई 20%, तो आपने की करती परसेंटेज कैलकुलेट कर ली भी 2% की हुई है इनक्रीज़ और डिक्रीज़ हुई, ਜਾਂ अपनी की हुई है चेंज हुई। तो एक की है प्राइस इलास्टिसिटी ऑफ डिमांड। देयर आर 3 डिग्रीज ऑफ प्राइस इलास्टिसिटी ऑफ डिमांड, मोस्टली 3, बट वी विल डिस्कस अबाउट मोर देन 3. फर्स्ट इज परफेक्टली इलास्टिक डिमांड. Perfect elastic demand refers to the situation when demand is infinite at the prevailing price, where the slightest rise in price causes the quantity demanded of the commodity to fall to 0. Perfectly elastic demand की है, perfect elastic, elastic ਦਾ ਮੀਨਿੰਗ ਕੀ ਹੁੰਦਾ ਹੈ, ਚੇਂਜ ਹੋਣਾ। ਦੇਖੋ ਇਹਦੇ ਵਿੱਚ ਆਪਾਂ ਕੀ ਗੱਲ ਕਰ ਰਹੇ ਹਾਂ ਵੀ ਜਿਹੜਾ ਆਪਣਾ ਪ੍ਰਾਈਸ ਹੈ ਉਹ ਤਾਂ ਚੇਂਜ ਹੋਇਆ ਨਹੀਂ ਹੋਇਆ, ਆਪਣੀ ਡਿਮਾਂਡ ਕੀ ਹੋ ਰਹੀ ਹੈ, ਬਹੁਤ ਜ਼ਿਆਦਾ ਹਾਇਰ ਰੇਟ ਦੇ ਉੱਪਰ ਕੀ ਹੋ ਰਹੀ ਹੈ, ਚੇਂਜ ਹੋ ਰਹੀ ਹੈ। ਤਾਂ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ, ਪਰਫੈਕਟ ਇਲਾਸਟਿਕ ਡਿਮਾਂਡ। ਠੀਕ ਹੈ, ਸੋ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ, ਇਲਾਸਟਿਸਿਟੀ ਇਜ਼ ਇਕੁਅਲ ਟੂ ਇਨਫਿਨਾਈਟ, ਵੀ ਕੀ ਹੋ ਰਹੀ ਹੈ, ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ ਚੇਂਜ ਹੋ ਰਹੀ ਹੈ। एग्जाम्पल देखो, एट दी प्रीवेलिंग प्राइस ऑफ ₹4 द कंज्यूमर मे बाय 10 यूनिट्स, 20 यूनिट्स और 30 यूनिट्स एट एनी क्वांटिटी दैट ही डिज़ायर। प्राइस की सी अपना ਪਹਿਲਾਂ 2 ਸੀ, ਹੁਣ ਕੀ ਹੋ ਗਿਆ 4। ਦੇਖੋ ਪ੍ਰਾਈਸ ਤਾਂ ਆਪਣਾ 4 ਹੀ ਹੈ, ਪਹਿਲਾਂ ਵੀ ਅਤੇ ਹੁਣ ਵੀ। ਪਹਿਲਾਂ ਆਪਾਂ 10 ਯੂਨਿਟਸ ਲੈ ਰਹੇ ਸੀ, ਫਿਰ 20 ਲੈਣ ਲੱਗ ਗਏ ਅਤੇ ਫਿਰ 30 ਲੈਣ ਲੱਗ ਗਏ। ਤਾਂ ਪਰਫੈਕਟ ਇਲਾਸਟਿਕ, ਇਲਾਸਟਿਕ ਵਰਡ ਦਾ ਮੀਨਿੰਗ ਕੀ ਹੁੰਦਾ, ਚੇਂਜ ਹੋਣਾ। ਤਾਂ ਆਪਣਾ ਪ੍ਰਾਈਸ ਤਾਂ ਬਿਲਕੁਲ ਨਹੀਂ ਚੇਂਜ ਹੋ ਰਿਹਾ। ਦੇਖੋ ₹4 'ਤੇ ਹੀ ਰੁਕਿਆ ਹੋਇਆ ਪ੍ਰਾਈਸ ਆਪਣਾ। ਆਪਾਂ ਨੂੰ ਪਤਾ ਵੀ O ਐਕਸਿਸ ਅਤੇ ਉਹ Y ਐਕਸਿਸ, ਐਕਸਿਸ 'ਤੇ ਆਪਣੀ ਕੀ ਹੁੰਦੀ ਆ, ਕੁਆਂਟਿਟੀ ਹੁੰਦੀ ਆ, Y 'ਤੇ ਕੀ ਹੁੰਦਾ, ਪ੍ਰਾਈਸ। ਤਾਂ ਦੇਖੋ ਆਪਣਾ ਪ੍ਰਾਈਸ ਬਿਲਕੁਲ ਨਹੀਂ ਚੇਂਜ ਹੋ ਰਿਹਾ, ਕੌਂਸਟੈਂਟ ਹੈ, ਫਿਰ ਵੀ ਆਪਣੀ ਡਿਮਾਂਡ ਬਹੁਤ ਜ਼ਿਆਦਾ ਰੇਟ 'ਤੇ ਕੀ ਹੋ ਰਹੀ ਹੈ, ਵੈਰੀ ਕਰ ਰਹੀ ਹੈ। ਤਾਂ ਇਹ ਕੀ ਕਹਿ ਸਕਦੇ ਆਪਾਂ ਇਹਨੂੰ, ਕੀ ਹੈ, ਪਰਫੈਕਟ ਇਲਾਸਟਿਕ ਡਿਮਾਂਡ ਕਰਵ ਹੈ। ਗੋਟ ਇਟ। Another name of perfect elastic demand, as we done it in perfect competition, means it is horizontal to x axis. ਇਹ ਤੁਹਾਨੂੰ ਜੇ ਮੀਨਿੰਗ ਨਹੀਂ ਪਤਾ ਹੋਣਾ ਇਸਦਾ, horizontal to x axis ਜਿਹੜਾ ਆਪਣਾ ਡਿਮਾਂਡ ਕਰਵ ਹੁੰਦਾ ਉਹ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਹੁੰਦਾ, ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ, ਚੈਪਟਰਸ ਆਉਣਗੇ ਆਪਣੇ। ਤਾਂ ਦੇਖੋ ਹੋਰੀਜੋਨਟਲ ਕੀ ਹੈ, ਦੇਖੋ ਇਹ ਇਸ ਤਰ੍ਹਾਂ ਜਾ ਰਿਹਾ ਹੈ, ਤਾਂ ਇੱਕ ਕੀ ਹੈ, ਹੋਰੀਜੋਨਟਲ ਡਿਮਾਂਡ ਕਰਵ ਹੈ।
एक्स ਦੇ ਨਾਲ ਹੀ ਕੀ ਹੈ ਜਿਹੜਾ ਇਹ ਲੇਟਮ ਹੈ। ਦੇਖੋ ਜਿਵੇਂ ਆਪਣਾ एक्स ਦਾ ਸੇਮ ਆਪਣਾ ਕੀ ਹੈ डी ਹੈ, ਡਿਮਾਂਡ ਕਰਵ ਹੈ। ਤਾਂ ਇੱਕ ਕੀ ਹੈ ਪਰਫੈਕਟ ਇਲਾਸਟਿਕ। ਸੈਕਿੰਡ ਆਪਣਾ ਕੀ ਹੈ ਪਰਫੈਕਟ ਇਨ ਇਲਾਸਟਿਕ ਡਿਮਾਂਡ। ਇਨ ਇਲਾਸਟਿਕ ਕੀ ਹੁੰਦਾ ਨੋ ਚੇਂਜ। ਪ੍ਰਾਈਸ ਦੇਖੋ ਆਪਣਾ 2 ਤੋਂ 4 ਵੀ ਹੋ ਚੁੱਕਿਆ, 6 ਵੀ ਹੋ ਚੁੱਕਿਆ, ਪਰ ਆਪਣੀ ਜਿਹੜੀ ਇਲਾਸਟਿਟੀ ਉਹ 0 ਹੈ। ਪਹਿਲਾਂ 2 ਤੇ ਵੀ ਆਪਾਂ 4 ਯੂਨਿਟਸ ਲੈ ਰਹੇ ਹਾਂ, ਫਿਰ 4 ਹੋ ਗਿਆ ਉੱਥੇ ਵੀ 4 ਹੀ ਲੈ ਰਹੇ ਹਾਂ ਆਪਾਂ, 6 ਹੋ ਗਿਆ ਫਿਰ ਵੀ 4 ਹੀ ਲੈ ਰਹੇ ਹਾਂ। ਮੀਨਸ ਕੀ ਹੈ ਚੇਂਜ ਇਨ ਪ੍ਰਾਈਸਿਸ ਕਾਜ਼ਸ ਨੋ ਚੇਂਜ ਇਨ ਡਿਮਾਂਡ। ਕੋਈ ਡਿਮਾਂਡ ਦੇ ਵਿੱਚ ਚੇਂਜ ਨਹੀਂ ਹੋ ਰਿਹਾ। ਇਲਾਸਟਿਟੀ ਕਿੰਨੀ ਹੋ ਰਹੀ ਹੈ 0 ਹੋ ਰਹੀ ਹੈ। ਇਲਾਸਟਿਟੀ ਮੀਨਸ ਕੀ ਹੁੰਦਾ ਚੇਂਜ ਹੋਣਾ, ਤਾਂ ਚੇਂਜ ਕੀ ਹੋ ਰਿਹਾ 0। then unitary elastic demand when change in quantity demand is equal to change in price means ਕਿ ਜਿੰਨਾ ਕੁ ਆਪਣਾ ਪ੍ਰਾਈਸ ਚੇਂਜ ਹੋਇਆ ਉਨੀ ਕੁ ਆਪਾਂ ਡਿਮਾਂਡ ਚੇਂਜ ਕਰ ਲੈਣਾ। ਇਹ ਕੀ ਹੁੰਦਾ ਯੂਨਿਟਰੀ ED is equal to 1। ਆਪਾਂ ਇਹਨੂੰ ਕਿਵੇਂ ਮੈਜ਼ਰ ਕਰ ਸਕਦੇ ਹਾਂ 1 ਦੇ ਨਾਲ, ਵੀ ਜੇ ਆਪਣਾ 10% ਪ੍ਰਾਈਸ ਰਿਡਿਊਸ ਹੋਇਆ ਆਪਾਂ 10% ਹੀ ਡਿਮਾਂਡ ਇਨਕਰੀਜ਼ ਕਰਾਂਗੇ। ਤਾਂ ਇਹ ਕਿਹੜਾ ਡਾਇਗਰਾਮ ਆਪਣਾ ਯੂਨਿਟਰੀ ਇਲਾਸਟਿਕ ਡਿਮਾਂਡ। ਨੈਕਸਟ ਪੁਆਇੰਟ ਇਜ਼ ਗ੍ਰੇਟਰ ਦੈਨ ਯੂਨਿਟਰੀ। ਗ੍ਰੇਟਰ ਦੈਨ ਯੂਨਿਟਰੀ ਉਦੋਂ ਹੁੰਦਾ ਜਦੋਂ ਆਪਣੀ ਕੀ ਹੈ ਪ੍ਰਾਈਸ ਤਾਂ ਘਟਿਆ ਬਟ ਆਪਣੀ ਡਿਮਾਂਡ ਜ਼ਿਆਦਾ ਵੱਧ ਜਾਂਦੀ। ਫਿਰ ਯੂਨਿਟਰੀ ਦਾ ਆਪਾਂ ਕੀ ਮੈਜ਼ਰ ਕਰ ਸਕਦੇ ਹਾਂ ED ਗ੍ਰੇਟਰ ਦੈਨ 1। ਵੈਨ ਚੇਂਜ ਇਨ ਕੁਆਂਟਿਟੀ ਡਿਮਾਂਡ ਇਜ਼ ਟੂ ਰਿਸਪੌਂਸ to change in one price of the commodity such that total expenditure on the commodity increase when price decreases and total expenditure decreases। ਸੋ ਗ੍ਰੇਟਰ ਦੈਨ ਯੂਨਿਟਰੀ ਕੀ ਆ ਆਪਣਾ ਵੀ ਆਪਾਂ ਕੀ ਕਰ ਰਹੇ ਹਾਂ ਜਦੋਂ ਆਪਣਾ ਪ੍ਰਾਈਸ ਕੀ ਹੋ ਰਿਹਾ ਹੈ ਜ਼ਿਆਦਾ ਹੋ ਰਿਹਾ, ਆਪਾਂ ਐਕਸਪੈਂਡੀਚਰ ਕੀ ਕਰ ਰਹੇ ਹਾਂ ਜ਼ਿਆਦਾ ਕਰ ਰਹੇ ਹਾਂ। ਤਾਂ ਇੱਕ ਕੀ ਹੈ ਗ੍ਰੇਟਰ ਦੈਨ ਯੂਨਿਟਰੀ। ਟੋਟਲ ਐਕਸਪੈਂਡੀਚਰ ਇਨਕਰੀਜ਼ਸ ਵੈਨ ਪ੍ਰਾਈਸ ਡਿਕਰੀਜ਼ਸ। ਟੋਟਲ ਐਕਸਪੈਂਡੀਚਰ ਡਿਕਰੀਜ਼ਸ ਵੈਨ ਪ੍ਰਾਈਸ ਇਨਕਰੀਜ਼ਸ। ਇਹ ਕੀ ਕਨਸੈਪਟ ਹੈ ਆਪਣਾ ਗ੍ਰੇਟਰ ਦੈਨ ਯੂਨਿਟਰੀ। ਨੈਕਸਟ ਪੁਆਇੰਟ ਇਜ਼ ਲੈਸ ਦੈਨ ਯੂਨਿਟਰੀ। ਟੋਟਲ ਐਕਸਪੈਂਡੀਚਰ ਡਿਕਰੀਜ਼ਸ ਵੈਨ ਪ੍ਰਾਈਸ ਫਾਲਸ ਐਂਡ ਟੋਟਲ ਐਕਸਪੈਂਡੀਚਰ ਇਨਕਰੀਜ਼ਸ ਵੈਨ ਪ੍ਰਾਈਸ ਰਾਈਜ਼ਸ। ਆਪਾਂ ਆਪਣਾ ਐਕਸਪੈਂਡੀਚਰ ਘਟਾ ਦਿੰਦੇ ਹਾਂ ਜਦੋਂ ਆਪਣਾ ਪ੍ਰਾਈਸ ਘਟ ਜਾਂਦਾ ਹੈ, ਅਤੇ ਜਦੋਂ ਆਪਣਾ ਪ੍ਰਾਈਸ ਵੱਧ ਜਾਂਦਾ ਆਪਾਂ ਐਕਸਪੈਂਡੀਚਰ ਵੀ ਵਧਾ ਦਿੰਦੇ। ਤਾਂ ਇਹ ਕੀ ਹੈ ਲੈਸ ਦੈਨ ਯੂਨਿਟਰੀ। ਤਾਂ ਇਹ ਸਾਰੀਆਂ ਆਪਣੀਆਂ ਕੀ ਸੀ ਡਿਗਰੀਜ਼ ਆਫ ਪ੍ਰਾਈਸ ਇਲਾਸਟੀਸਿਟੀ। ਨੈਕਸਟ ਕਲਾਸ ਦੇ ਵਿੱਚ ਆਪਾਂ ਕਰਾਂਗੇ ਮੈਜ਼ਰਮੈਂਟ ਆਫ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ। ਥੈਂਕਸ।